नमस्कार, सत श्री अकाल, आदाब। ਵੈਲਕਮ ਟੂ CBL। ਅੱਜ ਬਹੁਤ ਹੀ ਕੌਨਫੀਡੈਂਸ ਫੀਲ ਹੋ ਰਿਹਾ ਮੈਨੂੰ। ਕੱਲ ਤੁਹਾਡਾ ਐਗਜ਼ਾਮ ਹੋ ਗਿਆ ASP ਦਾ ਔਰ ਜਿੰਨੇ ਮੈਨੂੰ ਫੋਨ ਕਾਲਸ ਆ ਰਹੇ ਹੈ ਉਹ ਸਾਰੇ ਫੋਨ ਕਾਲਸ ਨੂੰ ਸੁਣਦੇ ਹੋਏ ਮੈਨੂੰ ਅੱਜ ਲੱਗ ਰਿਹਾ ਹੈ ਕਿ ਆਲਮੋਸਟ ਸਕਸੈਸ ਆ ਗਈ। ਠੀਕ ਹੈ, ਜਿਹੜੇ ਮਕਸਦ ਦੇ ਨਾਲ ਅਸੀਂ ਸ਼ੁਰੂ ਕੀਤਾ ਸੀ ਕੰਮ ਕੰਪਿਊਟਰਸ ਦੇ ਵਿੱਚ ਖਾਸ ਕਰਕੇ ਆਈ ਵਾਜ਼ ਵੈਰੀ ਮੈਨੂੰ ਡਰ ਲੱਗ ਰਿਹਾ ਸੀਗਾ ਕਿ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਆਪਾਂ ਇਹਨਾਂ ਚੀਜ਼ਾਂ ਨੂੰ ਪਰਫਾਰਮ ਕਰਾਂਗੇ। ਜੋ ਤੁਹਾਨੂੰ ਪੜ੍ਹਾਇਆ ਹੈ ਉਹ ਸਾਰਾ ਤੁਹਾਡੇ ਪੇਪਰ ਦੇ ਵਿੱਚ ਆ ਜਾਏਗਾ, ਤੁਹਾਨੂੰ ਉਸ ਚੀਜ਼ ਦਾ ਫਾਇਦਾ ਹੋਏਗਾ ਕਿ ਨਹੀਂ ਹੋਏਗਾ। ਮੇਰੇ ਦਿਮਾਗ ਦੇ ਵਿੱਚ ਬਹੁਤ ਸਾਰੇ ਡਾਊਟ ਸੀਗੇ ਬਿਕਾਜ਼ 20 ਸਾਲ ਹੋ ਗਏ ਮੈਨੂੰ ਪੜ੍ਹਾਉਂਦਿਆਂ ਨੂੰ। ਮੈਂ ਇੱਕ ਚੀਜ਼ ਨੋਟਿਸ ਕੀਤੀ ਹੈ, ਟੀਚਰ ਵਿਚਾਰਾ ਹਰ ਸਾਲ ਫੇਲ ਹੁੰਦਾ ਹੈ, ਲੇਕਿਨ ਟੀਚਰ ਦੀ ਜਿਹੜੀ ਸਕਸੈਸ ਹੈ ਨਾ, ਜਦੋਂ ਮੈਂ ਕਹਿੰਦਾ ਕਿ ਫੇਲ ਹੁੰਦਾ ਉਹਦਾ ਮਤਲਬ ਇਹ ਹੈ ਕਿ ਬੱਚੇ ਪੜ੍ਹ ਕੇ ਅੱਗੇ ਨਿਕਲ ਜਾਂਦੇ ਹੈ। ਟੀਚਰ ਅਗਲੇ ਸਾਲ ਫੇਰ ਉੱਦਾਂ ਦੇ ਹੀ ਬੱਚਿਆਂ ਨੂੰ ਦੁਬਾਰਾ ਫੇਰ ਪੜ੍ਹਾਉਣਾ ਸ਼ੁਰੂ ਕਰ ਦਿੰਦਾ ਹੈ। ਠੀਕ ਹੈ, ਬਟ ਟੀਚਰ ਦੀ ਸਭ ਤੋਂ ਵੱਡੀ ਸਕਸੈਸ ਜਿਹੜੀ ਹੈ ਉਹ ਬੱਚਿਆਂ ਦੇ ਨਾਲ ਹੀ ਜੁੜੀ ਹੋਈ ਹੈ। ਹੁਣ ਜਿਹੜੇ ਬੱਚੇ ਇਸ ਪੇਪਰ ਨੂੰ ਕਰੈਕ ਕਰਕੇ ਅਫਸਰ ਲੱਗ ਜਾਣਗੇ, ਸਾਡੇ ਵਾਸਤੇ ਇਸ ਤੋਂ ਵੱਡੀ ਸਕਸੈਸ ਹੋਰ ਕੋਈ ਨਹੀਂ ਹੈ, ਕਿਉਂਕਿ ਤੁਹਾਡੀ ਜ਼ਿੰਦਗੀ ਬਣ ਗਈ। ਠੀਕ ਹੈ, ਉਹਦੇ ਵਿੱਚ ਕੀ ਹੈ ਕਿ ਸਿਰਫ ਸਾਡੀ ਮਿਹਨਤ ਨਹੀਂ ਸੀ, ਅਸੀਂ ਜੇ ਡਬਲ ਮਿਹਨਤ ਕੀਤੀ, ਤੁਸੀਂ ਵੀ ਡਬਲ ਮਿਹਨਤ ਕੀਤੀ। ਉਸ ਮਿਹਨਤ ਦਾ ਜਿਹੜਾ ਰਿਜ਼ਲਟ ਹੈ ਉਹ ਜਦੋਂ ਪੋਜ਼ੀਟਿਵ ਨਿਕਲ ਕੇ ਆਉਂਦਾ ਹੈ, ਸਾਨੂੰ ਇੰਨੀ ਮੋਟੀਵੇਸ਼ਨ ਮਿਲਦੀ ਹੈ, ਸਾਨੂੰ ਇਹ ਲੱਗਦਾ ਹੈ ਕਿ ਵੀ ਹਾਂ, ਜੋ ਅਸੀਂ ਮਿਹਨਤ ਕੀਤੀ, ਜਿੰਨਾ ਅਸੀਂ ਜ਼ੋਰ ਮਾਰਿਆ, ਉਹ ਸਾਰਾ ਸਾਰਥਕ ਹੋ ਗਿਆ। ਠੀਕ ਹੈ, ਕੱਲ੍ਹ ਤੋਂ ਮੈਨੂੰ ਜੋ ਰਿਸਪੌਂਸ ਮਿਲਿਆ, ਜਿਹੜੇ ਨਾਨ ਟੈਕਨੀਕਲ ਬੱਚੇ ਸੀਗੇ, ਜਿਹੜੇ ਕੰਪਿਊਟਰਸ ਦੀ ਫੀਲਡ ਤੋਂ ਨਹੀਂ ਸੀਗੇ, ਉਹਨਾਂ ਦੇ ਜਦੋਂ ਕਾਲਸ ਆਉਂਦੇ ਹੈ ਜਾਂ ਉਹਨਾਂ ਨੇ ਆ ਕੇ ਦੱਸਿਆ ਵੀ ਸਰ ਸਾਨੂੰ ਸਾਰਾ ਕੁਝ ਕਰਵਾਇਆ ਹੋਇਆ ਸੀਗਾ ਤੁਸੀਂ, ਜਾਂ ਉਹ ਕਰਾਏ ਹੋਏ ਦੇ ਵਿੱਚੋਂ ਦੀ ਆ ਗਿਆ। ਇੱਕ ਅੱਧਾ ਕੁਐਸਚਨ ਦੇਖੋ ਐਕਸੈਪਸ਼ਨ ਹੁੰਦੀ ਹੈ, ਮੈਂ ਮੰਨ ਕੇ ਚੱਲਿਆ ਹੋਇਆ ਸੀਗਾ ਕਿ 10 ਜੇ ਮੇਰੇ ਕਰਾਏ ਹੋਏ 'ਚੋਂ 10 ਕੁਐਸਚਨ ਵੀ ਆ ਗਏ ਤਾਂ ਦੈਟ ਇਜ਼ ਸਕਸੈਸ। ਲੇਕਿਨ ਆਈ ਐਮ ਗਲੈਡ ਕਿ ਇੱਕ ਅੱਧਾ ਕੁਐਸਚਨ ਕੋਈ ਹੋਰ ਉਹਨਾਂ ਨੇ ਇਨ ਡੈਪਥ ਹੋ ਕੇ ਕੱਢ ਦਿੱਤਾ। ਬਟ ਬੇਸਿਕਲੀ ਜੇ ਪੇਪਰ ਦੇਖਿਆ ਜਾਏ ਤਾਂ ਪੇਪਰ ਬਹੁਤ ਹੀ ਬੇਸਿਕ ਸੀਗਾ। ਠੀਕ ਹੈ, ਜਿਵੇਂ ਸਾਈਬਰ ਲਾਅ ਦਾ ਮੈਂ ਐਕਸਪੈਕਟ ਕਰ ਰਿਹਾ ਸੀ, ਸਾਈਬਰ ਲਾਅ 'ਚੋਂ ਕੁਐਸਚਨ ਹੀ ਨਹੀਂ ਸਾਨੂੰ ਨਜ਼ਰ ਆਇਆ। ਸੋ ਬੇਸਿਕ ਕੰਪਿਊਟਿੰਗ ਦੇ ਵਿੱਚ ਉਹਨਾਂ ਨੇ ਰੱਖਿਆ, ਵਰਡ, ਐਕਸਲ, ਪਾਵਰ ਪੁਆਇੰਟ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਰੱਖਿਆ ਜਾਏ। ਪੇਪਰ ਆਪਾਂ ਡਿਸਕਸ ਕਰਾਂਗੇ ਹੁਣੇ ਜਿੰਨੇ ਵੀ ਕੁਐਸਚਨਸ ਆਏ ਹੈ। ਬਟ ਆਈ ਐਮ ਰੀਅਲੀ ਥੈਂਕਫੁਲ ਟੂ ਆਲ ਆਫ ਯੂ, ਜਿਹੜੇ ਬੱਚਿਆਂ ਨੇ ਇਸ ਚੀਜ਼ ਉੱਤੇ ਬਹੁਤ ਮਿਹਨਤ ਕੀਤੀ ਸੀ ਔਰ ਇਹਦੇ 'ਚ ਸਕੋਰ ਕਰ ਰਹੇ ਨੇ। ਠੀਕ ਹੈ, ਕਿੰਨਾ ਸਕੋਰ ਕਰ ਰਹੇ ਨੇ ਤੁਸੀਂ ਸਾਰਿਆਂ ਨੇ ਨੋਟ ਕਰਕੇ ਰੱਖਿਆ ਹੀ ਹੋਣਾ ਵੀ ਕਿਹਦਾ ਅਸੀਂ ਆਨਸਰ ਕਿਹੜਾ ਟਿਕ ਕੀਤਾ, ਉਹ ਅੱਜ ਆਪਾਂ ਹੁਣੇ ਡਿਸਕਸ ਕਰਦੇ ਹਾਂ। ਬਟ ਬਸ ਮੈਨੂੰ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੋਈ ਕਿ ਜਿਹੜੇ ਬੱਚੇ ਨਾਨ ਟੈਕਨੀਕਲ ਬੈਕਗਰਾਊਂਡ ਤੋਂ ਸੀਗੇ, ਜਦੋਂ ਉਹਨਾਂ ਦਾ ਰਿਸਪੌਂਸ ਇਹ ਮਿਲਿਆ ਕਿ ਸਰ ਅਸੀਂ ਇਸ ਚੀਜ਼ ਨੂੰ ਕਰੈਕ ਕਰ ਪਾਏ। ਖਾਸ ਕਰ ਮੇਰੇ ਕੋਲ ਇੱਕ ਦੋ ਬੱਚਿਆਂ ਦੇ ਜਿਨ੍ਹਾਂ ਦੇ ਫੋਨ ਆਏ ਸੀ, ਇੰਦਰਜੀਤ ਹੈ, ਇੰਦਰਜੀਤ ਨੇ ਪਿਛਲਾ ਵੀ ਇੱਕ ਹੋਰ ਐਗਜ਼ਾਮ ਦਿੱਤਾ ਸੀ ਤਾਂ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਸਰ ਇਹਦੇ 'ਚੋਂ ਸਾਨੂੰ ਕਰਾਇਆ ਹੋਇਆ ਆ ਗਿਆ। ਦਿਨੇਸ਼ ਸ਼ਰਮਾ ਜੀ ਨਾਲ ਮੇਰੀ ਗੱਲ ਹੋਈ। ਰਿਸ਼ਵ ਨੇ ਬਹੁਤ ਸਾਰੇ ਕੁਐਸਚਨਸ ਪੁੱਛੇ ਗਰੁੱਪਸ ਦੇ ਵਿੱਚ ਔਰ ਥੈਂਕਸ ਟੂ ਰਿਸ਼ਵ ਕਿ ਜਿਹਨੇ ਇੱਦਾਂ ਦੇ ਸਾਰੇ ਕੁਐਸਚਨ ਪੁੱਛਦਾ ਰਿਹਾ ਔਰ ਬਾਕੀ ਸਾਰਿਆਂ ਦਾ ਵੀ ਫਾਇਦਾ ਹੁੰਦਾ ਰਿਹਾ। ਸੋ ਹਰ ਗਰੁੱਪਸ ਦੇ ਵਿੱਚ ਕੋਈ ਨਾ ਕੋਈ ਸੀਗਾ ਜਿਹਨੂੰ ਡਾਊਟ ਆ ਰਹੇ ਸੀਗੇ, ਉਹ ਫੋਨਸ ਵੀ ਕਰ ਰਹੇ ਸੀਗੇ। ਬਟ ਡਾਊਟਸ ਤੋਂ ਬਾਅਦ ਵਿੱਚ ਇਹ ਜਿਹੜੇ ਥੈਂਕਸ ਵਾਲੇ ਫੋਨ ਹੈ, ਇਹਨਾਂ ਵਾਸਤੇ ਬਹੁਤ ਤੁਹਾਡਾ ਸ਼ੁਕਰੀਆ। ਠੀਕ ਹੈ, ਮੈਂ ਉਮੀਦ ਕਰਦਾ ਵੀ ਹੁਣ ਅੱਗੇ ਵੀ ਜਿਹੜੇ ਹੋਰ ਐਗਜ਼ਾਮਸ ਆਉਣਗੇ ਤੁਸੀਂ ਉਹਨਾਂ ਦੇ ਵਿੱਚ ਵੀ ਪੂਰੀ ਤਰ੍ਹਾਂ ਸਕਸੈਸਫੁਲ ਹੋਵੋਗੇ। ਠੀਕ ਹੈ, ਜਿਹੜੇ ਬੱਚੇ ਵੀ ਇਸ ਤਰ੍ਹਾਂ ਦੇ ਹੈਗੇ ਆ ਜਿਨ੍ਹਾਂ ਨੂੰ ਫੀਲ ਹੋਇਆ ਕਿ ਰਿਵੀਜ਼ਨ ਨਹੀਂ ਕੀਤੀ ਤਾਂ ਇਸ ਕਰਕੇ ਉਹਨਾਂ ਦਾ ਕੋਈ ਇੱਕ ਅੱਧਾ ਕੋਈ ਕੁਐਸਚਨ ਮਿਸ ਹੋ ਗਿਆ, ਤਾਂ ਇਟ ਇਜ਼ ਇੰਪੋਰਟੈਂਟ ਕਿ ਜਦੋਂ ਤੁਹਾਡਾ ਐਗਜ਼ਾਮ ਹੈ ਰਿਵਾਈਜ਼ ਜ਼ਰੂਰ ਕਰ ਲਓ। ਜਦੋਂ ਵੀ ਤੁਸੀਂ ਕੋਈ ਲੈਕਚਰ ਦੇਖਦੇ ਹੋ ਨਾ, ਉਹਦੀ ਇੱਕ ਮੇਨ ਹਾਈਲਾਈਟਸ ਹੈ, ਹਾਲਾਂਕਿ ਤੁਹਾਨੂੰ ਨੋਟਸ ਵੀ ਪ੍ਰੋਵਾਈਡ ਕੀਤੇ ਗਏ ਹੈ, ਉਹ ਹਾਈਲਾਈਟਸ ਨੂੰ ਜ਼ਰੂਰ ਦੇਖ ਕੇ ਜਾਣਾ ਹੈ। ਠੀਕ ਹੈ ਨਾ, ਅਸੀਂ ਹੁਣ ਇੱਕ ਹੋਰ ਕੰਮ ਕਰ ਰਹੇ ਹਾਂ ਕਿ ਜਿਹੜੇ ਬੱਚਿਆਂ ਨੇ ਹੁਣ ਪਟਵਾਰੀ ਦਾ ਐਗਜ਼ਾਮ ਹਾਲੇ ਦੇਣਾ ਹੈ ਜਾਂ ਜਿਹੜੇ ਬੱਚਿਆਂ ਨੇ ਹਾਲੇ ਤੱਕ ਜੁਆਇਨ ਨਹੀਂ ਸੀ ਕੀਤਾ, ਬਾਕੀ ਸਬਜੈਕਟਸ ਉਹਨਾਂ ਦੇ ਬਹੁਤ ਵਧੀਆ ਚੱਲ ਰਹੇ ਨੇ। ਕੁਛ ਇੱਦਾਂ ਦੀ ਡਿਮਾਂਡਸ ਆ ਰਹੀਆਂ ਸੀ ਮੇਰੇ ਕੋਲ ਕਿ ਸਿਰਫ ਕੰਪਿਊਟਰ ਔਰ ਐਗਰੀਕਲਚਰ ਜੇ ਪੜ੍ਹਨਾ ਹੋਏ ਤਾਂ ਮੈਂ ਭਰਤ ਸਰ ਔਰ ਚੇਤਨ ਸਰ ਨੂੰ ਰਿਕੁਐਸਟ ਕੀਤੀ ਸੀ ਵੀ ਉਹਨਾਂ ਵਾਸਤੇ ਵੀ ਤੁਸੀਂ ਸੈਪਰੇਟਲੀ ਕੋਰਸ ਦੇ ਦਿਓ ਜਿਹਦੇ ਵਿੱਚ ਸਿਰਫ ਕੰਪਿਊਟਰ ਔਰ ਐਗਰੀਕਲਚਰ ਹੋਏ। ਜੇ ਇਹੋ ਜਿਹੇ ਕਿਸੇ ਕੋਰਸ ਦੇ ਵਿੱਚ ਬੱਚੇ ਕੋਈ ਇਨਰੋਲ ਕਰਨਾ ਚਾਹੁੰਦੇ ਆ ਤਾਂ ਪਲੀਜ਼ ਤੁਹਾਡੇ ਕੋਲ ਨੰਬਰਸ ਹੈਗੇ ਆ, ਤੁਸੀਂ ਉਹਨਾਂ 'ਤੇ ਕੰਟੈਕਟ ਕਰ ਸਕਦੇ ਹੋ। ਸਿਰਫ ਇਹ 2 ਸਬਜੈਕਟਸ ਦੇ ਵਾਸਤੇ ਵੀ ਸਪੈਸੀਫਿਕਲੀ ਤੁਹਾਨੂੰ ਜੁਆਇਨ ਕਰਵਾਇਆ ਜਾ ਸਕਦਾ ਹੈ। ਐਂਡ ਫॉर दैट ਮੈਟਰ ਜੇ ਕਿਸੇ ਨੂੰ ਸਿਰਫ ਕੰਪਿਊਟਰਸ ਕਰਨਾ, ਉਹ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਠੀਕ ਹੈ, ਅੱਜ ਆਪਾਂ ਇੱਕ ਕੁਐਸਚਨਸ ਦੇਖ ਲੈਂਦੇ ਹਾਂ ਵੀ ਕਿਹੜੇ ਕੁਐਸਚਨਸ ਆਏ ਔਰ ਉਹਨਾਂ ਦੇ ਤੁਸੀਂ ਆਨਸਰ ਕੀ ਲਿਖੇ ਹੈ ਉਹ ਤੁਸੀਂ ਆਪਣਾ ਚੈੱਕ ਕਰ ਲਓ। ਤਾਂ 66th ਕੁਐਸਚਨ ਸੀਗਾ, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਅ ਫੀਚਰ ਆਫ ਬਲੂਟੂਥ। ਹੁਣ ਇਹ ਨਾ ਨੋਟ ਵਾਲਾ ਕੰਮ ਬਹੁਤ ਚੱਲਿਆ। ਠੀਕ ਹੈ, ਨੋਟ ਵਾਲੇ ਦੇ ਵਿੱਚ ਕੀ ਹੈ ਕਿ ਬਲੂਟੂਥ ਇਜ਼ ਯੂਜ਼ਡ ਫॉर ਸ਼ਾਰਟ ਡਿਸਟੈਂਸ ਡੇਟਾ ਐਕਸਚੇਂਜ ਬਿਟਵੀਨ ਡਿਵਾਈਸਿਸ। ਇਹ ਤਾਂ ਬਿਲਕੁਲ ਠੀਕ ਹੈ,
ਕਿਉਂਕਿ ਬਲੂਟੁੱਥ ਤੁਸੀਂ ਬੈਠੇ ਹੋ ਮੇਰੇ ਸਾਹਮਣੇ, ਆਪਾਂ ਦੋਨੋਂ ਬਲੂਟੁੱਥ ਦੇ ਨਾਲ ਡਾਟਾ ਐਕਸਚੇਂਜ ਕਰ ਰਹੇ ਹਾਂ, ਇਹ ਤਾਂ ਠੀਕ ਲੱਗ ਰਿਹਾ ਹੈ। ਬਲੂਟੁੱਥ ਯੂਜ਼ਸ ਰੇਡੀਓ ਵੇਵਸ, ਇਹ ਵੀ ਠੀਕ ਲੱਗ ਰਿਹਾ ਹੈ। ਬਲੂਟੁੱਥ ਇਜ਼ ਅ ਵੈਨ ਟਾਈਪ ਆਫ ਨੈਟਵਰਕ, ਵੈਨ ਇਜ਼ ਵਾਈਡ ਏਰੀਆ ਨੈਟਵਰਕ, ਉਹਨੇ ਬਹੁਤ ਜ਼ਿਆਦਾ ਵਾਈਡ ਹੋ ਕੇ ਤਾਂ ਚੱਲਦਾ ਨਹੀਂ, दैट इज पैन एरिया नेटवर्क। सो आंसर साडा बन रहा है नॉट अ फीचर, ए वाला फीचर नहीं है, सो आंसर टिक होना सी तुहाडा सी। ठीक, नैक्सट क्वेश्चन, विच ऑफ द फॉलोइंग इज नॉट अ नेटवर्क डिवाइस। जदों असी वर्ड पढ़ लेता डिवाइस तो दैट मीनस कोई फिजिकल डिवाइस की गल हो रही है। ਇਹਦੇ ਵਿੱਚ मॉडम ਤੁਹਾਨੂੰ पता है, राउटर भी ਤੁਹਾਨੂੰ पता है, दोनों डिवाइसिस ਹੁੰਦੀ ਹੈ। ਜੇ कुछ बच्चे कन्फ्यूज़ होए होणगे तो RJ45 और मैक एड्रैस ਦੇ ਵਿੱਚ ਹੋਏ ਹੋਣਗੇ। ठीक है, मैक एड्रैस कोई फिजिकल एग्जिस्टेंस नहीं रख रहा, आंसर तो डेफिनेटली यही है। बट जे किसी ਨੂੰ RJ45 नहीं पता तो RJ45 एक कनैक्टर ਹੁੰਦਾ ਹੈ, ਜਿਹੜੀ लैन केबल ਹੁੰਦੀ है ना, इंटरनेट वाली तार ਹੁੰਦੀ है, ਉਹਦੇ ਵਿੱਚ ਸਭ ਤੋਂ ਅੱਗੇ ਐਂਡ ਤੇ ਕੋਨੇ ਦੇ ਉੱਤੇ ਜਾ ਕੇ ਇੱਕ ਉਹ ਨੈਟਵਰਕਿੰਗ ਵਾਲਾ ਉਹ ਲੱਗਿਆ ਹੁੰਦਾ, ਕੀ ਕਹਿੰਦੇ ਉਹਨੂੰ, RJ45 ਕਨੈਕਟਰ ਕਹਿੰਦੇ ਉਹਨੂੰ, ਕਨੈਕਟਰ ਹੁੰਦਾ ਹੈ ਜਿਹੜਾ ਤੁਹਾਡੇ ਕੰਪਿਊਟਰ ਦੇ ਵਿੱਚ ਲੱਗ ਜਾਂਦਾ ਹੈ ਸਿੱਧਾ। ਠੀਕ ਹੈ, दैट इज RJ45 कनैक्टर। इन्होंने जानबूझ के इत्थे इनू कनैक्टर नहीं लिखा, ये बेसिकली कन्फ्यूजन इत्थे क्रिएट करना चाहते सी भी जे असीं कनैक्टर लिखता पता चल जाएगा कि कोई ना कोई डिवाइस है। सो डिवाइस ना लिख करके उन्होंने कन्फ्यूजन क्रिएट की। आंसर इहदा बनदा है मैक एड्रैस। ठीक है जी, मैक एड्रैस जिहड़ा कंप्यूटर का एक नैटवर्किंग एड्रैस हुंदा, दैट इज नॉट फिजिकल, दैट इज वर्चुअल। नैक्सट, व्हाट इज द फुल फॉर्म ऑफ CD रोम। दसो जी की है। कॉम्पैक्ट डिस्क रीड ओनली मेमोरी, सी। ठीक है जी। अरेंज द फॉलोइंग यूनिट्स ऑफ मेमोरी इन असेंडिंग ऑर्डर अकॉर्डिंग टू देयर साइजेस। हुण आपां ने सब तो पहलों की पढ़िया सीगा, सब तो छोटा हुंदा है किलोबाइट। सो ऑप्शन ए और ऑप्शन सी ये दोनों चलिया गई, बी और डी चो तुसीं डिसाइड करना है। किलोबाइट तो वड्डा हुंदा है मेगाबाइट, मेगाबाइट तो अगे आंदा है गीगाबाइट, और लास्ट ते की आंदा है टेराबाइट। इन्होंने लास्ट इत्थे गड़बड़ करती टेराबाइट और गीगाबाइट दे विच। टेराबाइट वड्डा हुंदा है, गीगाबाइट छोटा हुंदा है। सो आंसर बनदा तुहाडा बी। ठीक है जी, आंसर बन गया थोड़ा बी। विच ऑफ द फॉलोइंग इज नॉट ट्रू अबाउट जियो फेंस। हुण जियो फेंस के बारे च ट्रू की नहीं है। जियो फेंस इज अ वर्चुअल पैरीमीटर अराउंड द फिजिकल लोकेशन। ठीक है, जियो फेंसिंग का मतलब की सीगा, मैं तुहानूं दस्सिया सीगा कि एक पर्टिकुलर एरिया है, उहदे आले दुआले नॉट इन रेडियस, मतलब उहदे पैरीमीटर दे विच वो सारी लोकेशन नूं ट्रैक करदा, उहदे लैट लॉन्ग्स पिक कर लैंदा। सो नॉट ट्रू की गल आ रही है, ये तो ठीक है। जियो फेंस इज यूज्ड इन प्रोवाइडिंग द लोकेशन बेस्ड सर्विसेज, ये भी ठीक है। जियो फेंस इज अ वर्चुअल रेडियस अराउंड द फिजिकल लोकेशन। वर्चुअल रेडियस नहीं है, रेडियस हुंदा गोलाई दे विच। ठीक है, आप गल कर रहे हैं भी जे कोई एरिया मान लो ये इस तरीके का एरिया है तो ये पूरा का पूरा जियो फेंस हो सकता है, क्योंकि आपने गल की सी, याद होएगा जो जियो फेंसिंग दे विच कि जो गार्ड लगाए हुए ने तो वो गार्ड्स जिहड़े है उस एरिया तो बाहर निकलणगे तो नोटिफिकेशन चली जाती है उन्होंने मैनेजर्स नूं, तो उहदी जिहड़ी जियो फेंसिंग है वो इस तरीके दे नाल ही हुंदी है। रेडियस जिहड़ा वो पूरा उन्ने रेडियस नूं पकड़दा है। सो ये ऑप्शन साड़ी ठीक नहीं लग रही। लास्ट ऑप्शन भी पढ़ लेंगे, जियो फेंस ऐप रिक्वायर्स लोकेशन परमिशन इन मोबाइल। ओबीअसली लोकेशन की परमिशन देवांगे मोबाइल दे विच तां ही वो लैट लॉन्ग्स नूं पिक कर सकेगा। सो इहदे विच आंसर साडा बन रहा है सी, दिस इज नॉट ट्रू अबाउट दी जियो फेंस। वॉट इज द फुल फॉर्म ऑफ BCC इन ईमेल। असीं कदे भी ईमेल करते हैं, तुहानूं याद होएगा आपां लिखते हैं सब्जैक्ट नाल करते हैं CC। CC की हुंदा है कार्बन कॉपी, और मैं तुहानूं दस्सिया सीगा कि BCC इज ब्लाइंड कार्बन कॉपी, यानी कि रिसीवर जिहड़ा ब्लाइंड कार्बन कॉपी वाला हैगा उन्होंने ईमेल तो मिल जाएगी लेकिन बाकियों को पता नहीं चलेगा भी इस बंदे नूं भी ईमेल गई है। सो ऑप्शन डी है ब्लाइंड कार्बन कॉपी। नेक्स्ट क्वेश्चन, रिलेशनल डेटाबेस मैनेजमेंट पैकेज। A relational database management package manages data in more than one files at once. It organizes these files as। database ਦੇ ਵਿੱਚ ਆਪਾਂ ਪਹਿਲੀ ਚੀਜ਼ ਇਹੀ ਪੜ੍ਹੀ ਸੀ ਕਿ ਜਦੋਂ database ਬਣਦਾ ਹੈ ਤਾਂ ਸਾਡਾ data record ਹੁੰਦਾ ਕਿੱਥੇ ਹੈ।
ठीक है, हुण वो कह रहा है कि मैनेजेस डेटा इन मोर देन वन फाइल्स, एक तो ज़्यादा जगह ते उत्ते डाटा हो सकता है। वो किवें हुंदा है, ਉਹਦੀ प्राइमरी कीज़ बनदियां ने, ठीक है। यानी कि एक मान लो कि ID बनी ਤੁਹਾਡੀ, ਤੁਸੀਂ ਕਿਸੇ ਯੂਨੀਵਰਸਿਟੀ ਦੇ ਵਿੱਚ ਹੈਗੇ ਹੋ, ਤੁਹਾਡੀ ਇੱਕ ID ਬਣ ਗਈ, ID ਦੇ ਨਾਲ ਤੁਹਾਡੀ ਪਰਸਨਲ ਇਨਫੋਰਮੇਸ਼ਨ ਅਟੈਚ ਹੋ ਗਈ, ਉਸੇ ID ਦੇ ਨਾਲ ਹੀ ਤੁਹਾਡੀ ਕਲਾਸ ਅਟੈਚ ਹੋ ਜਾਂਦੀ ਹੈ। ਕਲਾਸ ਦਾ ਟੇਬਲ ਵੱਖਰਾ ਹੈ, ਤੁਹਾਡੇ ਪਰਸਨਲ ਇਨਫੋਰਮੇਸ਼ਨ ਦਾ ਟੇਬਲ ਵੱਖਰਾ ਹੈ। ਸੋ ਡਾਟਾ ਕਿੱਥੇ ਚਲਾ ਗਿਆ? ਟੇਬਲਸ ਦੇ ਵਿੱਚ। ਸੋ ਆਪਸ਼ਨ ਸਾਡੀ ਕੀ ਬਣ ਗਈ? ਟੇਬਲਸ। ठीक है जी। Which of the following is not the advantage of the database approach? Database approach ਦੀ advantage ਕਿਹੜੀ ਨਹੀਂ ਹੈ? ਸਭ ਤੋਂ ਪਹਿਲੀ ਆਪਸ਼ਨ ਆ ਰਹੀ, data in the database is inconsistent। ਪਹਿਲੀ ਗੱਲ ਤਾਂ ਇਹ ਹੈ ਕਿ inconsistent ਹੁੰਦਾ ਹੀ ਨਹੀਂ ਹੈ, ਠੀਕ ਹੈ। ਸਾਨੂੰ ਪਹਿਲਾਂ ਹੀ ਪਤਾ ਚੱਲ ਰਿਹਾ ਕਿ ਆਪਸ਼ਨ A ਹੈ, ਲੇਕਿਨ ਆਪਾਂ ਬਾਕੀ ਆਪਸ਼ਨਸ ਵੀ ਪੜ੍ਹਨੀ ਹੈ। Elimination of data redundancy ਇਹ ਹੁੰਦੀ ਹੈ, ਡਾਟਾ ਰਿਡੰਡੈਂਟ ਨਹੀਂ ਹੁੰਦਾ, यानी कि ਉਹਦੀ ਡੁਪਲੀਕੇਟ ਕਾਪੀਜ਼ ਨਹੀਂ ਬਣਦੀਆਂ। ਸੋ ਇਹ ਸਟੇਟਮੈਂਟ ਠੀਕ ਹੈ। ਅਬਿਲਿਟੀ ਟੂ ਐਸੋਸੀਏਟ ਰਿਲੇਟਡ ਡਾਟਾ, ਇਹ ਵੀ ਬਿਲਕੁਲ ਠੀਕ ਹੈ। ਦੋ ਟੇਬਲਸ ਦੇ ਵਿੱਚ ਡਾਟਾ ਜਿਹੜਾ ਐਸੋਸੀਏਟ ਹੁੰਦਾ ਹੈ। ਇੰਕਰੀਜ਼ਡ ਸਿਕਿਉਰਿਟੀ ਆਫ ਡਾਟਾ, ਇਹ ਵੀ ਹੋ ਜਾਂਦੀ ਹੈ। ਸੋ ਆਪਸ਼ਨ A ਇਜ਼ ਕਨਫਰਮਡ ਕਿ ਇਹੀ ਡਿਫਰੈਂਸ ਹੈ। ਵਾਟ ਇਜ਼ ਦ ਪਰਪਸ ਆਫ ਕੰਟਰੋਲ R in MS Word? ਹੁਣ ਜਦੋਂ ਤੁਹਾਨੂੰ ਮੈਂ ਨੋਟਸ ਵੀ ਭੇਜੇ ਸੀਗੇ, ਉਹਦੇ ਵਿੱਚ ਸਾਰੇ ਦੇ ਸਾਰੇ ਸ਼ਾਰਟਕਟਸ ਤੁਹਾਨੂੰ ਲਿਖ ਕੇ ਭੇਜੇ ਸੀ। ਇਟ ਇਜ਼ ਯੂਜ਼ਡ ਟੂ ਅਲਾਈਨ ਦ ਸਿਲੈਕਟਡ ਪੈਰਾਗ੍ਰਾਫ। ਆਪਸ਼ਨ ਇਜ਼ D। ਵਿਚ ਆਫ ਦੀ ਫੋਲੋਇੰਗ ਸ਼ਾਰਟਕਟ ਕੀਜ਼ ਯੂਜ਼ਡ ਇਨ MS Word ਟੂ ਓਪਨ ਦੀ ਸੇਵ ਐਜ਼ ਡਾਇਲੌਗ ਬਾਕਸ? ਤਾਂ ਸੇਵ ਐਜ਼ ਕਿੱਥੋਂ ਹੁੰਦਾ ਹੈ? ਜਾਂ ਤਾਂ Alt F+, Ctrl S ਜਾਂ ਫਿਰ F12। ਕੋਈ ਬੱਚਾ, ਮੈਨੂੰ ਤਾਂ ਨਹੀਂ ਉਮੀਦ ਵੀ F+12 ਦੇ ਵਿੱਚ ਕਨਫਿਊਜ਼ ਹੋਇਆ ਹੋਏਗਾ, ਕਿਉਂਕਿ F+12 ਨਹੀਂ ਹੁੰਦਾ, 12 ਕਿਤੇ ਲਿਖਿਆ ਹੀ ਨਹੀਂ ਹੁੰਦਾ, 1 ਔਰ 2 ਅਲੱਗ-ਅਲੱਗ ਕੀਜ਼ ਹੁੰਦੀਆਂ, ਠੀਕ ਹੈ। ਸੋ ਇੱਦਾਂ ਦੀ ਆਪਸ਼ਨਸ ਨੂੰ ਐਲੀਮੀਨੇਟ ਤੁਸੀਂ ਬਹੁਤ ਪਿਆਰ ਨਾਲ ਆਪਣੇ ਆਪ ਹੀ ਕਰ ਸਕਦੇ ਹੋ। ਨੈਕਸਟ, ਡਿਊਰਿੰਗ ਦ ਪ੍ਰਿੰਟਿੰਗ ਆਫ ਅ ਡਾਕੂਮੈਂਟ ਗਟਰ ਮਾਰਜਨ ਇਜ਼ ਐਡਿਡ ਟੂ। ਹੁਣ ਗਟਰ ਮਾਰਜਨ ਕੀ ਹੈ? ਮੈਨੂੰ ਉਮੀਦ ਨਹੀਂ ਸੀਗੀ ਵੀ ਇਹ ਇੱਥੇ ਪਹੁੰਚ ਸਕਦੇ ਆ, ਕਿਉਂਕਿ ਆਪਾਂ ਨੇ ਪ੍ਰਿੰਟਿੰਗ ਦੇ ਬਾਰੇ ਤਾਂ ਗੱਲ ਕੀਤੀ, ਆਪਾਂ ਗਟਰ ਮਾਰਜਨ ਤੱਕ ਨਹੀਂ ਸੀ ਪਹੁੰਚੇ, ਕਿਉਂਕਿ ਇਹਨਾਂ ਦਾ ਐਕਸਪੈਕਟਡ ਹੈ ਵੀ ਹੁਣ ਕਿੱਥੇ ਕਿੱਥੇ ਤੱਕ ਜਾਇਆ ਜਾ ਸਕਦਾ ਹੈ। ਸਾਨੂੰ ਵੀ ਇਸ ਪੇਪਰ ਦੇ ਤੋਂ ਕਾਫੀ ਨੌਲੇਜ ਮਿਲੀ ਵੀ ਕਿੱਥੋਂ ਕਿੱਥੋਂ ਤੱਕ ਉਹ ਪਹੁੰਚ ਸਕਦੇ। ਹੁਣ ਕਈ ਐਸੇ ਟੌਪਿਕਸ ਅਸੀਂ ਹੈ ਜਿਹੜੇ ਅਸੀਂ ਕਰਵਾਏ ਔਰ ਉਹਨਾਂ ਤੱਕ ਉਹ ਪਹੁੰਚੇ ਹੀ ਨਹੀਂ, ਠੀਕ ਹੈ। ਸੋ ਬੇਸਿਕਲੀ ਗਟਰ ਮਾਰਜਨ ਕੀ ਹੁੰਦਾ ਕਿ ਜਿਵੇਂ ਮੰਨ ਲਓ ਅਸੀਂ ਬਾਈਂਡਿੰਗ ਕਰਵਾਉਣੀ ਹੈ ਨਾ, ਕਿ ਸਾਡੇ ਕੋਲ ਇੱਕ ਪੇਜ ਹੈ, ਅਸੀਂ ਇੱਕ ਪੇਜ ਬਣਾਇਆ, ਠੀਕ ਹੈ, ਇਹਦੇ ਉੱਤੇ ਪ੍ਰਿੰਟ ਆਊਟ ਕੱਢਣਾ ਹੈ। ਬਟ ਹੁਣ ਅਸੀਂ ਕੀ ਕਰਦੇ ਹਾਂ, ਲੈਫਟ ਮਾਰਜਨ ਰਾਈਟ ਮਾਰਜਨ ਸੈਟਲ ਕਰ ਲੈਂਦੇ ਹਾਂ, ਟੌਪ ਮਾਰਜਨ ਸੈਟਲ ਕਰ ਲੈਂਦੇ ਹਾਂ। ਲੇਕਿਨ ਹੋ ਸਕਦਾ ਕਿ ਮੈਂ ਬਾਈਂਡਿੰਗ ਉੱਪਰ ਕਰਾਣੀ ਹੋਏ ਜਾਂ ਮੈਂ ਬਾਈਂਡਿੰਗ ਸਾਈਡ ਤੇ ਕਰਾਣੀ ਹੋਏ, ਤਾਂ ਉਹ ਜਿਹੜਾ ਪੋਰਸ਼ਨ ਬਾਈਂਡਿੰਗ ਦੇ ਵਿੱਚ ਆਣਾ ਹੈ, ਉਸ ਤੋਂ ਬਾਅਦ ਵਿੱਚ ਮਾਰਜਨ ਦੋਨੇ ਪਾਸੇ ਦੇ ਬਰਾਬਰ ਚਾਹੀਦੇ ਹੈ। ਸੋ ਇਹ ਜਿਹੜਾ ਮਾਰਜਨ ਹੈ, ਦਿਸ ਇਜ਼ ਗਟਰ ਮਾਰਜਨ। ਸੋ ਉਹ ਬੋਥ ਲੈਫਟ ਐਂਡ ਰਾਈਟ ਸਾਈਡ ਦੇ ਉੱਤੇ ਆ ਸਕਦਾ ਹੈ, ਕਿਉਂਕਿ ਹੁਣ ਡਿਪੈਂਡ ਕਰਦਾ ਕੋਈ ਲੈਂਗੁਏਜ ਜਿਹੜੀ ਹੈ ਖੱਬੇ ਤੋਂ ਸੱਜੇ ਜਾਂਦੀ, ਕੋਈ ਸੱਜੇ ਤੋਂ ਖੱਬੇ ਵੀ ਜਾਂਦੀ ਹੈ। ਸੋ ਜਦੋਂ ਇੱਦਾਂ ਦੇ ਸੌਫਟਵੇਅਰ ਕ੍ਰੀਏਟ ਕੀਤੇ ਜਾਂਦੇ ਹੋ ਤਾਂ ਸਾਰੀ ਦੁਨੀਆ ਦੇ ਵਾਸਤੇ ਕ੍ਰੀਏਟ ਕੀਤੇ ਜਾਂਦੇ ਆ, ਠੀਕ ਹੈ। ਨੈਕਸਟ, ਸਪਰੈਡਸ਼ੀਟਸ ਆਰ ਕ੍ਰੀਏਟਡ ਵਿਦ ਵਿਚ ਆਫ ਦੀ ਫੋਲੋਇੰਗ ਸੌਫਟਵੇਅਰ? MS Word 'ਚ ਹੁੰਦਾ ਨਹੀਂ, MS PowerPoint 'ਚ ਹੁੰਦਾ ਨਹੀਂ। ਹੁਣ ਇਹਨਾਂ ਨੇ B ਔਰ D ਆਪਸ਼ਨ ਦੇ ਵਿੱਚ ਤੁਹਾਨੂੰ ਫਸਾ ਲਿਆ, ਲੇਕਿਨ ਉੱਥੇ ਬਹੁਤ ਈਜ਼ੀ ਸਮਝ ਆ ਰਹੀ ਹੈ ਜਿੱਥੇ ਕੈਲਸੀ ਆ ਗਿਆ, ਯਾਨੀ ਕਿ ਕੈਲਕੂਲੇਸ਼ਨ ਆ ਗਿਆ। ਸਪਰੈਡਸ਼ੀਟਸ ਦੇ ਵਿੱਚ ਅਸੀਂ ਕੈਲਕੂਲੇਸ਼ਨਸ ਹੀ ਕਰਦੇ ਹਾਂ। ਸੋ ਆਨਸਰ ਸਾਡਾ ਕੀ ਬਣ ਗਿਆ? B। ਆਈ ਥਿੰਕ ਇਹੀ ਤੁਹਾਡਾ ਪੇਪਰ ਨਹੀਂ, ਇੱਕ ਮਿੰਟ ਹੋਰ ਚੈੱਕ ਕਰ ਲੈਂਦੇ ਹਾਂ, ਹੈਗੇ ਅੱਗੇ ਕੁਐਸਚਨਸ। Which symbol is used in the MS Excel to start the formula? ਆਪਾਂ ਨੇ ਦੇਖਿਆ ਸੀਗਾ ਕੋਈ ਵੀ ਫਾਰਮੂਲਾ ਲਗਾਉਂਦੇ ਆ, ਸਭ ਤੋਂ ਪਹਿਲਾਂ ਕੀ ਲਗਾਉਂਦੇ ਸੀ ਆਪਾਂ? Equal to. So answer is A. Suppose the active cell in the spreadsheet is J10. ਹੁਣ J10 ਦੇ ਉੱਤੇ ਤੁਹਾਡੀ ਸਿਲੈਕਸ਼ਨ ਹੋਈ ਹੋਈ ਹੈ, ਤੁਸੀਂ ਐਂਟਰ ਪ੍ਰੈਸ ਕਰੋਗੇ ਤਾਂ ਉਹ ਕਿੱਥੇ ਜਾਏਗਾ? ਆਪਾਂ ਨੂੰ ਪਤਾ ਹੈ ਕਿ ਸਾਡੇ ਜਿਹੜੇ ਕਾਲਮਸ ਹੈ ਉਹ ਇਦਾਂ ਬਣੇ ਹੋਏ ਨੇ, ਠੀਕ ਹੈ। ਰੋਜ਼ ਤੁਹਾਡੀਆਂ ਇੱਧਰ ਚੱਲ ਰਹੀਆਂ ਨੇ, ਫॉर दैट ਮੈਟਰ ਇੱਧਰ 10 ਹੈ, ਤਾਂ ਜੇ ਤੁਸੀਂ J10 ਦੇ ਉੱਤੇ ਹੈਗੇ ਹੋ ਇਸ ਟਾਈਮ ਦੇ ਉੱਤੇ, ਤੁਸੀਂ ਇੱਥੋਂ ਐਂਟਰ ਪ੍ਰੈਸ ਕਰੋਗੇ ਤਾਂ ਬਾਕਸ ਨੀਚੇ ਚਲਾ ਜਾਏਗਾ। ਸੋ ਤੁਹਾਡੀ ਸਿਲੈਕਟਡ ਸੈੱਲ ਵੈਲਿਊ ਆ ਜਾਏਗੀ J11, ਕਿਉਂਕਿ ਨੈਕਸਟ ਲਾਈਨ ਦੇ ਵਿੱਚ ਚਲਾ ਗਿਆ। ਸੋ ਯੋਰ ਆਨਸਰ ਇਜ਼
J11. Which of the following is defined by handout master? ਸਲਾਈਡ ਫਾਰਮੈਟਿੰਗ ਦੇ ਵਿੱਚ ਸਾਡੇ ਕੋਲ ਹੈਂਡਆਊਟ ਮਾਸਟਰ ਦੀ ਆਪਸ਼ਨ ਆਉਂਦੀ ਹੈ ਜਦੋਂ ਅਸੀਂ ਸਲਾਈਡਸ ਦੀ ਫਾਰਮੈਟਿੰਗ ਕਰਨੀ ਹੈ। ਸੋ ਇਹਦਾ ਆਨਸਰ ਸਾਡੇ ਕੋਲ ਆ ਰਿਹਾ ਹੈ ਏ। ਆਪਾਂ ਨੇ ਮੇਰੇ ਖਿਆਲ ਗੂਗਲ ਸਲਾਈਡਸ ਦੇ ਵਿੱਚ ਵੀ ਇਹਨੂੰ ਦੇਖਿਆ ਸੀਗਾ ਔਰ ਉਹਦੇ ਵਿੱਚ ਵੀ ਮਾਈਕਰੋਸਾਫਟ ਆਪਣਾ ਪਾਵਰ ਪੁਆਇੰਟ ਦੇ ਵਿੱਚ ਵੀ। ਵਿਚ ਆਫ ਦੀ ਫੋਲੋਇੰਗ ਪ੍ਰੋਵਾਈਡਸ ਦ ਮੀਨਿੰਗ ਆਫ ਪ੍ਰਿੰਟਿੰਗ ਆਫ ਫੀਚਰਸ ਨੋਟਸ ਵਿਦ ਦ ਮਿਨੀਏਚਰ ਸਲਾਈਡ ਔਨ ਦੀ ਪ੍ਰਿੰਟਿੰਗ ਪੇਜ। ਇੱਕ ਸੈਕਿੰਡ ਇਹਨੂੰ ਵੀ ਦੇਖ ਲੈਂਦੇ ਆਪਾਂ। ਹੁਣ ਇਹ ਕੀ ਹੁੰਦਾ ਹੈ? ਵਿਚ ਆਫ ਦੀ ਫੋਲੋਇੰਗ ਪ੍ਰੋਵਾਈਡਸ ਦ ਮੀਨ ਆਫ ਪ੍ਰਿੰਟਿੰਗ ਆਊਟ ਫੀਚਰਸ ਨੋਟਸ ਵਿਦ ਦੀ ਮਿਨੀਏਚਰ ਸਲਾਈਡਸ। ਯਾਨੀ ਕਿ ਸਲਾਈਡ ਦੇ ਉੱਤੇ ਜੋ ਕੰਮ ਕੀਤਾ ਹੋਇਆ ਹੈ ਨੀਚੇ ਐਡੀਸ਼ਨਲ ਨੋਟਸ ਵੀ ਉਹਦੇ ਉੱਤੇ ਦਿੱਤੇ ਜਾ ਸਕਦੇ ਜਦੋਂ ਅਸੀਂ ਉਹਦਾ ਪ੍ਰਿੰਟ ਆਊਟ ਕੱਢਦੇ ਹਾਂ ਉਹ ਆਡੀਅנס ਦੇ ਹੈਂਡ ਆਊਟ ਵਾਸਤੇ ਹੁੰਦਾ ਹੈ। ਸੋ ਹੇਅਰ ਦੀ ਆਪਸ਼ਨ ਸਟੈਂਡ ਇਜ਼ ਹੈਂਡ ਆਊਟ, ਆਡੀਅנס ਹੈਂਡ ਆਊਟ। ਵਿਚ ਆਫ ਦੀ ਫੋਲੋਇੰਗ ਇਜ਼ ਕਾਲਡ ਦੀ ਬ੍ਰੇਨ ਆਫ ਦੀ ਕੰਪਿਊਟਰ। 50 ਵਾਰੀ ਇਹ ਤਾਂ ਮੇਰੇ ਖਿਆਲ ਆਪਾਂ ਨੇ ਦੇਖ ਵੀ ਰੱਖਿਆ, ਸੁਣ ਵੀ ਰੱਖਿਆ ਔਰ ਮੈਂ ਕੁਐਸਚਨਸ ਦੇ ਵਿੱਚ ਵੀ ਬਹੁਤ ਵਾਰੀ ਪਾਇਆ। ਦੈਟ ਇਜ਼ योर CPU। ਵਾਟ ਇਜ਼ ਦ ਨੇਮ ਆਫ ਦ ਸੁਪਰ ਕੰਪਿਊਟਰ ਡਿਵੈਲਪਡ ਇਨ ਇੰਡੀਆ? ਹਾਂਜੀ ਬੋਲੋ। ਮੇਰੇ ਖਿਆਲ ਇਹ ਆਪਣੀ ਡਿਸਕਸ਼ਨ ਸ਼ਾਇਦ ਨਹੀਂ ਹੋਈ। ਆਨਸਰ ਇਜ਼ परम शिवाय। किदा ठीक होया है जिन्होंने भी थोड़ी बहुत आले दुआले मेहनत की होए, क्योंकि सुपर कंप्यूटर्स के बारे आपने पढ़िया सीगा, ठीक है, बट इंडिया का किहड़ा सी आई थिंक ये चीज़ नहीं सी आपां इत्थे तक पहुँच पाए। परम शिवाय इहदा नाम है, ठीक है, जिहड़ा इंडिया ने क्रिएट किया। बस जी यही क्वेश्चंस ने हैगे, दो हो रहा। विच व्हाट इज द फुल फॉर्म ऑफ VOLTE? याद करो हुण ये लेक्चर। वॉइस ओवर लॉन्ग टर्म एवोल्यूशन। आंसर इज D। Which of the following wireless technology can support a download speed of more than 100 Mbps? 4G। ये चीज़ां ਤਾਂ ਆਪਾਂ ਨੇ ਬੜੇ ਆਰਾਮ ਦੇ ਨਾਲ ਆਪਣਾ ਸੁਣੀਆਂ ਸੀ, ਸਮਝੀਆਂ ਸੀ। 2G ਦੇ ਵਿੱਚ ਇੰਨੀ ਸਪੀਡ ਨਹੀਂ ਸੀ ਆਉਂਦੀ, ਠੀਕ ਹੈ ਜੀ। 4G ਦੇ ਵਿੱਚ ਇਹ ਪ੍ਰੈਕਟੀਕਲੀ ਇਹ ਵਾਲੀ ਸਪੀਡ ਅਚੀਵ ਨਹੀਂ ਸੀ ਹੋਈ, ਲੇਕਿਨ LTE ਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਵੀ ਇੱਥੇ ਤੱਕ ਪਹੁੰਚਿਆ ਜਾ ਸਕੇ। ਆਪਾਂ ਨੇ ਡਿਸਕਸ਼ਨ ਕੀਤੀ ਸੀ ਕਿ 100 Mbps ਤੋਂ ਉੱਪਰ ਹੀ ਜਾਏਗੀ, ਬਟ ਪ੍ਰੈਕਟੀਕਲ ਟਰਮਸ ਦੇ ਵਿੱਚ ਹੋ ਨਹੀਂ ਸੀ ਪਾਇਆ, ਮੂਵਿੰਗ ਦੇ ਵਿੱਚ ਸਪੀਡ ਘੱਟ ਆ ਰਹੀ ਸੀ, ਠੀਕ ਹੈ। ਇਹ ਆਪਣੀ ਡਿਸਕਸ਼ਨ ਆਪਣੇ ਇਸ 2G 3G 4G ਵਾਲੇ ਲੈਕਚਰ ਦੇ ਵਿੱਚ ਪੂਰੀ ਹੋਈ ਹੈ, ਠੀਕ ਹੈ ਜੀ। ਕੁਐਸਚਨ ਜਿਹੜੇ ਹੈ ਇਹ ਇੱਦਾਂ ਨਹੀਂ ਸੀ ਲੱਗ ਰਿਹਾ ਕਿ ਜਿਵੇਂ ਅਸੀਂ ਕਿਸੇ ਐਗਜ਼ਾਮ ਦੇ ਕੁਐਸਚਨ ਕਰ ਰਹੇ ਹਾਂ। ਬਹੁਤ ਈਜ਼ੀ ਟਾਈਪ ਕੁਐਸਚਨਸ ਹੈਗੇ। ਥੋੜਾ ਜਿਹਾ ਤਾਂ ਦੇਖੋ ਟ੍ਰਿਕੀ ਬਣਾਉਂਦੇ ਆ। ASP ਦੇ ਪੇਪਰ ਦੇ ਵਿੱਚ ਖਾਸ ਕਰ ਉਹਨਾਂ ਨੇ ਕ੍ਰਿਮੀਨਲ ਲਾਅ ਜਾਂ ਆਪਣਾ ਜਿਹੜਾ IT ਐਕਟ ਹੈ ਇਹਦੇ ਬਾਰੇ ਲਿਖਿਆ ਸੀ, ਉਹਨਾਂ ਨੇ ਇੱਕ ਵੀ ਕੁਐਸਚਨ ਉਹਦੇ ਚੋਂ ਨਹੀਂ ਪੁੱਛਿਆ, ਠੀਕ ਹੈ। ਓਬਵੀਅਸਲੀ ਜਦੋਂ ਅਸੀਂ ਮਿਹਨਤ ਕਰਦੇ ਹਾਂ ਤਾਂ ਸਾਡੀ ਜਿਹੜੀ ਮਿਹਨਤ ਹੈ ਉਹ ਆਲ ਰਾਊਂਡ ਹੋਣੀ ਚਾਹੀਦੀ ਹੈ, ਹੋਰਾਈਜ਼ਨ ਤੋਂ ਵੱਧ ਕੇ ਹੋਣੀ ਚਾਹੀਦੀ ਹੈ। ਸੋ ਆਈ ਐਮ ਰੀਅਲੀ ਗਲੈਡ, ਮੈਨੂੰ ਉਮੀਦ ਹੈ ਕਿ ਤੁਹਾਡੇ ਸਾਰਿਆਂ ਦੇ ਕੁਐਸਚਨਸ ਠੀਕ ਹੋਏ ਹੋਣਗੇ। ਜੇ ਕੋਈ ਇੱਕ ਅੱਧਾ ਕਿਸੇ ਨੇ ਛੱਡ ਵੀ ਦਿੱਤਾ, ਨਾਟ ਅ ਪ੍ਰੋਬਲਮ ਇਨ ਦੈਟ। 15 ਦੇ ਵਿੱਚੋਂ ਦੀ ਜੇ ਕਿਸੇ ਦੇ 12-13 ਨੰਬਰ ਆ ਰਹੇ ਨੇ, ਦੈਟ ਇਜ਼ ਅ ਗੁੱਡ ਸਿਨੈਰੀਓ, ਠੀਕ ਹੈ ਜੀ। ਐਂਡ ਆਈ ਹੋਪ ਕਿ ਤੁਹਾਨੂੰ ਇਹ ਸਭ ਚੀਜ਼ਾਂ ਸਮਝ ਕੇ ਮਜ਼ਾ ਆਇਆ ਹੋਏਗਾ। ਸਾਨੂੰ ਹੋਰ ਸੇਵਾ ਦਾ ਮੌਕਾ ਤੁਸੀਂ ਦੇਣਾ ਹੈ, ਠੀਕ ਹੈ ਜੀ। ਜਿਵੇਂ ਵੀ ਤੁਹਾਡੀ ਹੈਲਪ ਹੋ ਸਕੇਗੀ ਅਸੀਂ ਡੈਫੀਨੇਟਲੀ ਕਰਾਂਗੇ। ਥੈਂਕ ਯੂ ਸੋ ਮਚ।